ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ 10 ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਮਾਣ ਰਹੇ ਹੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਆਸਾ ਜੀ ਦੀ ਵਾਰ ਦੇ ਪਾਵਨ ਪਵਿੱਤਰ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਦਇਆਨਿਧ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ। ਸੰਤ ਘਰ ਪਹਿਲਾ। ਇੱਕ ਅਦੋਤੀ ਸੰਗਿਆ ਵਾਚਕ ਇੱਕ, ਜਿਸ ਵਰਗਾ ਕੋਈ ਦੂਜਾ ਨਹੀਂ। ਜਿਵੇਂ ਕੱਲ੍ਹ ਵੀ ਸਾਹਿਬ ਨੇ ਕਿਹਾ ਸੀ ਨਾ, ਤੁਧ ਬਿਨ ਦੂਜਾ ਨਾਹੀ ਕੋਏ, ਜੋ ਇੱਕ ਹੈ। ਇੱਕ ਨੇ ਹੀ ਸੰਕਲਪ ਕੀਤਾ ਮੈਂ ਬਹੁ ਰੂਪ ਹੋ ਜਾਵਾਂ। ਜਦੋਂ ਇੱਕ ਨੇ ਬਹੁ ਰੂਪ ਹੋ ਜਾਣ ਦਾ ਸੰਕਲਪ ਕੀਤਾ ਤੇ ਉਦੋਂ ਕਿਹਾ ਓੰਕਾਰ। ਓੰਕਾਰ ਤੋਂ ਸਾਰਾ ਜਗਤ ਉਤਪੰਨ ਹੋ ਗਿਆ। ਤਿੰਨੇ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ, ਤਿੰਨ ਗੁਣ ਓੰਕਾਰ ਚੋਂ ਹੀ ਉਤਪੰਨ ਹੋਏ। ਰਜੋ ਗੁਣ ਸਿਰਜਣਾ ਕਰਦਾ ਹੈ, ਪੈਦਾ। ਸਤੋ ਗੁਣ ਪਾਲਣਾ ਕਰਦਾ ਔਰ ਤਮੋ ਗੁਣ ਲੈ ਕਰਦਾ, ਖਤਮ ਕਰਦਾ। ਸਤ ਰਜ ਔਰ ਤਮ ਤਿੰਨਾਂ ਗੁਣਾਂ ਦਾ ਸੁਮੇਲ ਪ੍ਰਕਿਰਤੀ ਵਿੱਚ, ਕੁਦਰਤ ਵਿੱਚ ਇਹ ਤਿੰਨੇ ਵਰਤ ਰਹੇ ਨੇ। ਜੋ ਕੁਝ ਪੈਦਾ ਹੋ ਰਿਹਾ ਰਜੋ ਗੁਣ ਕਰਕੇ, ਜੋ ਪਾਲਿਆ ਜਾ ਰਿਹਾ ਹੈ ਸਤੋ ਗੁਣ ਕਰਕੇ, ਔਰ ਜੋ ਬਿਨਸ ਰਿਹਾ ਉਹ ਤਮੋ ਗੁਣ ਕਰਕੇ। ਪਰ ਇਹ ਤਿੰਨੇ ਗੁਣ ਜੜ ਨੇ। ਇਹਨਾਂ ਵਿੱਚ ਜਿਹੜੀ ਚੇਤਨ ਸੱਤਾ ਹੈ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਦੀ। ਤਦੇ ਓੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਕਹਿ ਦਿੱਤਾ ਇੱਕ। ਇੱਕ ਤੋਂ ਹੀ ਇਹ ਸਾਰਾ ਪਸਾਰਾ ਪਸਰਿਆ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ, ਜੋ ਸਤ ਉਪਦੇਸ਼ਤਾ ਗੁਰੂ ਹਨ, ਤਿਨਾਂ ਦੀ ਕਿਰਪਾ ਦੁਆਰਾ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲ ਕਰਦੇ ਨੇ। ਫਿਰ ਮਹਾਰਾਜ ਜੀ ਸਰਲੇਖ ਦੱਸਦੇ ਨੇ, ਆਸਾ
ਰਾਗ ਹੈ। ਮਹੱਲਾ ਤੀਸਰਾ, ਤੀਸਰੇ ਪਾਤਸ਼ਾਹ ਮਹੱਲਾ ਤੀਜਾ, ਯਾਨੀ ਕਿ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਹ ਸ਼ਬਦ ਉਚਾਰਦੇ ਨੇ। ਛੰਤ ਹਨ ਆਸਾ ਰਾਗ ਦੇ। ਪਹਿਲੇ ਘਰ ਸੁਰ ਤਾਲ ਵਿੱਚ ਇਹਨਾਂ ਪਾਵਨ ਬਚਨਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਇਹ ਮੰਗਲ ਕਰਕੇ ਮਹਾਰਾਜ ਜੀ ਸਰਲੇਖ ਲਿਖ ਕੇ ਫਿਰ ਸ਼ਬਦ ਦੀ ਰਬਤਾ ਕਰਦੇ ਨੇ। ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 739 ਅੰਗ ਤੇ ਪ੍ਰਾਰੰਭ ਹੋ ਰਿਹਾ ਹੈ। ਹਮ ਘਰੇ ਸਾਚਾ ਸੁਹਿਲਾ, ਸਾਚੈ ਸ਼ਬਦ ਸੁਹਾਇਆ ਰਾਮ। 439 ਅੰਗ ਤੇ ਪ੍ਰਾਰੰਭ ਹੋ ਕੇ 440 ਅੰਗ ਤੇ ਪਾਵਨ ਸ਼ਬਦ ਸੰਪੰਨ ਹੁੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਨੇ, ਹਮ ਘਰੇ ਸਾਚਾ ਸੁਹੇਲਾ। ਸਾਡੇ ਨਿਜ ਘਰ ਵਿੱਚ, ਇੱਥੇ ਜਦੋਂ ਘਰ ਸ਼ਬਦ ਵਰਤਿਆ ਤਾਂ ਉਹ ਘਰ ਸਾਡਾ ਅੰਤਸ਼ਕਰਣ ਹੈ। ਇਹ ਕਾਇਆ ਦੇ ਅੰਦਰ ਹਿਰਦਾ ਘਰ। ਕੇਵਲ ਇੱਟਾਂ ਦੇ ਬਣੇ ਹੋਏ ਘਰ ਨੂੰ ਘਰ ਨਹੀਂ ਕਹਿੰਦੇ। ਸਾਡੀ ਇਹ ਕਾਇਆ ਵੀ ਸਾਡਾ ਨਿਜ ਘਰ ਹੈ। ਇਹਦੇ ਵਿੱਚ ਜਿਹੜਾ ਸਾਡਾ ਹਿਰਦਾ ਹੈ ਉਹ ਸਾਡਾ ਨਿਜ ਘਰ ਹੈ। ਜਿਸ ਘਰ ਚੋਂ ਭਟਕੇ ਅਸੀਂ ਹੋਰ ਘਰਾਂ ਵਿੱਚ ਭਟਕਦੇ ਫਿਰਦੇ ਹਾਂ। ਤੋ ਇਸ ਕਰਕੇ ਗੁਰਦੇਵ ਕਹਿੰਦੇ ਜਿਹੜਾ ਮੇਰਾ ਨਿਜ ਘਰ ਹੈ ਉੱਥੇ ਸੱਚਾ ਸੋਹਿਲਾ ਹੋ ਰਿਹਾ, ਆਨੰਦ ਹੋ ਰਿਹਾ, ਖੇੜਾ ਹੋ ਰਿਹਾ, ਸੱਚਾ ਸੋਹਿਲਾ ਉਤਪੰਨ ਹੋ ਰਿਹਾ, ਸੱਚਾ ਆਨੰਦ ਤੇ ਖੇੜਾ ਉਤਪੰਨ ਹੋ ਰਿਹਾ। ਔਰ ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਹੋ ਰਿਹਾ। ਗੁਰਦੇਵ ਦਾ ਜੋ ਪਵਿੱਤਰ ਸ਼ਬਦ ਹੈ, ਸਤਿਗੁਰਾਂ ਦੇ ਸ਼ਬਦ ਦੁਆਰਾ ਹੀ ਮੈਂ ਸੁਭਾਏਮਾਨ ਹੋ ਰਿਹਾ, ਸ਼ੋਭਨੀਕ ਹੋ ਰਿਹਾ। ਜਾਂ ਇਸ ਤਰ੍ਹਾਂ ਕਹਿ ਲਈਏ, ਮੇਰਾ ਹਿਰਦੇ ਰੂਪੀ ਘਰ ਸਤਿਗੁਰਾਂ ਦੇ ਸ਼ਬਦ ਦੁਆਰਾ ਸ਼ੋਭਨੀਕ ਹੋ ਰਿਹਾ ਹੈ। ਧਨ ਪੇਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ। ਧਨ ਜੀਵ ਰੂਪੀ ਇਸਤਰੀ ਨੂੰ ਕਹਿੰਦੇ ਨੇ, ਪਿਰ ਪਤੀ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ। ਤੋ ਜੀਵ ਰੂਪੀ ਇਸਤਰੀ ਔਰ ਪਤੀ ਪਰਮੇਸ਼ਵਰ ਦਾ ਮੇਲ ਹੋਇਆ, ਤਦੇ ਹੀ ਆਨੰਦ ਬਣਿਆ ਨਾ। ਜਦੋਂ ਮੇਲ ਹੋਇਆ ਤਦੇ ਆਨੰਦ ਬਣਿਆ। ਹਮ ਘਰੇ ਸਾਚਾ ਸੋਹਿਲਾ ਤਦੇ ਹੀ ਹੋਇਆ ਜਦੋਂ ਜੀਵ ਰੂਪੀ ਇਸਤਰੀ ਤੇ ਪਾਰ ਬ੍ਰਹਮ ਪਰਮੇਸ਼ਰ ਪਤੀ ਦਾ ਮੇਲ ਹੋਇਆ, ਮਿਲਾਪ ਹੋਇਆ। ਅਭੇਦਤਾ ਮੇਲ ਹੋਣ ਦਾ ਮਤਲਬ ਇਹ ਮੇਲ ਐਸਾ ਹੈ ਕਿ ਜੈਸੇ ਓਲਾ ਹੁੰਦਾ ਨਾ ਗੜਾ ਪਾਣੀ ਦਾ, ਉਹ ਪਾਣੀ ਵਿੱਚ ਮਿਲ ਕੇ ਜਿਵੇਂ ਪਾਣੀ ਵਿੱਚ ਹੀ ਇੱਕ ਮਿਕ ਹੋ ਜਾਂਦਾ, ਇਸ ਤਰ੍ਹਾਂ ਮੇਲ ਹੁੰਦਾ ਜੀਵ ਰੂਪੀ ਇਸਤਰੀ ਦਾ ਪਰਮੇਸ਼ਰ ਨਾਲ। ਤੋ ਜਦੋਂ ਇਸ ਪ੍ਰਕਾਰ ਨਾਲ ਮੇਲ ਹੋ ਗਿਆ ਤੇ ਮਿਲਾਇਆ ਕਿਹਨੇ? ਖੁਦ ਪ੍ਰਭੂ ਨੇ ਆਪ ਮਿਲਾਇਆ। ਪ੍ਰਭ ਆਪ ਮਿਲਾਇਆ ਰਾਮ। ਕੋਈ ਆਪਣੀ ਘਾਲਣਾ ਨਾਲ ਨਹੀਂ ਮਿਲੀ ਜੀਵ ਰੂਪੀ ਇਸਤਰੀ। ਰੱਬ ਨੇ, ਪ੍ਰਭੂ ਨੇ, ਪਰਮੇਸ਼ਰ ਨੇ ਆਪ ਤਰਸ ਕਰਕੇ ਇਸ ਜੀਵ ਰੂਪੀ ਇਸਤਰੀ ਨੂੰ ਆਪਣੇ ਵਿੱਚ ਮਿਲਾ ਕੇ ਅਭੇਦ ਕੀਤਾ। ਪ੍ਰਭ ਆਪ ਮਿਲਾਇਆ, ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਤੀ। ਪ੍ਰਭੂ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ। ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੇ ਮਨ ਵਿੱਚ ਆ ਕੇ ਵਸ ਗਿਆ। ਤੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਹਿਰਦਿਆਂ 'ਚ ਵਾਹਿਗੁਰੂ ਆ ਵਸਿਆ, ਉਹ ਕਾਮਣਾ, ਕਾਮਣ ਦਾ ਮਤਲਬ ਜਗਿਆਸੂ ਜੀਵ ਰੂਪੀ ਇਸਤਰੀ, ਉਹ ਫਿਰ ਸਹਿਜ ਦੇ ਰੰਗ ਵਿੱਚ ਮਸਤ ਹੋ ਜਾਂਦੀ। ਸਹਿਜੇ ਮਾਤੀ, ਸੁਤੇ ਸਿੱਧੀ ਮਸਤੀ ਵਿੱਚ ਚਲੀ ਜਾਂਦੀ। ਕਿਹੜੀ ਮਸਤੀ? ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਐਸੀ ਮਸਤੀ ਜਿਹੜੀ ਹੈ ਉਹ ਸੁਤੇ ਸਿੱਧੀ ਉਹਨਾਂ ਦੇ ਹਿਰਦਿਆਂ ਵਿੱਚ ਆ ਬਣਦੀ ਹੈ। ਗੁਰ ਸ਼ਬਦ ਸ਼ਿੰਗਾਰੇ, ਸੱਚ ਸਵਾਰੇ, ਸਦਾ ਰਾਵੇ ਰੰਗ ਰਾਤੀ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਸ਼ਿੰਗਾਰ ਬਣਾਇਆ। ਸ਼ਿੰਗਾਰ ਦਾ ਕੀ ਮਤਲਬ ਹੈ ਕਿ ਜਿਵੇਂ ਸਤਿਗੁਰਾਂ ਨੇ ਆਪਣੇ ਉਪਦੇਸ਼ ਦੁਆਰਾ ਹੁਕਮ ਕੀਤਾ ਕਿ ਸਿੱਖਾ ਤੂੰ ਆਹ ਸ਼ੁਭ ਗੁਣ ਧਾਰਨ ਕਰਨੇ ਨੇ, ਉਹ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ਵਿੱਚ ਸ਼ਿੰਗਾਰ ਹੈ। ਪਾਤਸ਼ਾਹ ਦੱਸਦੇ ਨੇ, ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ।
ਅੱਖਾਂ ਵਿੱਚ ਪਰਮੇਸ਼ਰ ਦੇ ਡਰ ਦੀਆਂ, ਗੁਰੂ ਦੇ ਡਰ ਦੀਆਂ ਸੁਰਮਚੂ ਲੈ ਕੇ ਉਹਦੇ ਨਾਲ ਸੁਰਮਾ ਪਾ ਔਰ ਪਰਮੇਸ਼ਰ ਤੇ ਗੁਰੂ ਦੇ ਪ੍ਰੇਮ ਦਾ ਸ਼ਿੰਗਾਰ ਧਾਰਨ ਕਰ। ਸਤਿਗੁਰਾਂ ਦੇ ਸ਼ਬਦ ਦੁਆਰਾ ਜਿਹੜੀਆਂ ਜੀਵ ਰੂਪੀ ਇਸਤਰੀਆਂ ਸ਼ਿੰਗਾਰੀਆਂ ਗਈਆਂ ਨੇ, ਖੁਦ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਆਪ ਉਹਨਾਂ ਨੂੰ ਆਪਣੇ ਹੱਥੀਂ ਸਵਾਰਿਆ, ਯਾਨੀ ਕਿ ਉਹਨਾਂ ਦੀ ਜ਼ਿੰਦਗੀ ਸਫਲਿਆਂ ਕੀਤੀ ਹੈ, ਉਹਨਾਂ ਦਾ ਜੀਵਨ ਸਫਲ ਕੀਤਾ ਹੈ। ਸਦਾ ਰਾਵੇ ਰੰਗ ਰਾਤੀ, ਔਰ ਐਸੀਆਂ ਜੀਵ ਰੂਪੀ ਇਸਤਰੀਆਂ ਸਦਾ ਹੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਭਿੱਜੀਆਂ ਹੋਈਆਂ, ਉਹਦੇ ਅੰਮ੍ਰਿਤ ਨਾਮ ਨੂੰ ਰਾਵਦੀਆਂ ਉਚਾਰਦੀਆਂ ਨੇ। ਰਾਵੇ ਦਾ ਮਤਲਬ ਹੁੰਦਾ ਉਚਾਰਦੀਆਂ ਹਨ, ਤੇ ਇਸ ਨਿਰੰਕਾਰ ਦੇ ਅੰਮ੍ਰਿਤ ਨਾਮ ਨੂੰ ਉਚਾਰਦੀਆਂ ਹਨ। ਆਪ ਗਵਾਏ ਹਰ ਵਰ ਪਾਏ, ਤਾਂ ਹਰ ਰਸ ਮਨ ਵਸਾਇਆ। ਜਦੋਂ ਜੀਵ ਰੂਪੀ ਇਸਤਰੀ ਆਪਣੇ ਹਿਰਦੇ ਚੋਂ ਆਪਣਾ ਆਪ ਗਵਾ ਦਿੰਦੀ ਤਾਂ ਤਿਸ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਵਰ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਬੜੇ ਡੂੰਘੇ ਭਾਵ ਨੇ। ਜਦੋਂ ਇਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ, ਇਹ ਜੀਵ ਆਪਣੀ ਮੈਂ ਮੇਰੀ ਨੂੰ ਮਿਟਾ ਦਿੰਦਾ ਤੇ ਰੱਬ ਪ੍ਰਗਟ ਹੋ ਜਾਂਦਾ। ਪੁੱਛਿਆ ਕਿਸੇ ਨੇ ਵੀ ਰੱਬ ਪ੍ਰਗਟ ਹੋਇਆ, ਇਹਦਾ ਮਤਲਬ ਪਹਿਲਾਂ ਕਿਤੇ ਗਿਆ ਸੀ? ਕਹਿੰਦੇ ਨਹੀਂ, ਗਿਆ ਨਹੀਂ ਸੀ, ਹਾਜ਼ਰ ਸੀ, ਉੱਥੇ ਹੀ ਸੀ। ਫਰਕ ਇੰਨਾ ਸੀ, ਪਹਿਲਾਂ ਆਪਣੇ ਆਪ ਨੂੰ ਵੇਖੀ ਜਾਂਦਾ ਸੀ, ਉਹ ਦਿਸਦਾ ਨਹੀਂ ਸੀ। ਜਦੋਂ ਆਪਣੇ ਤੋਂ ਦ੍ਰਿਸ਼ਟੀ ਹਟਾਈ ਤਾਂ ਉਹ ਦਿਸਣਾ ਸ਼ੁਰੂ ਹੋ ਗਿਆ। ਜਦੋਂ ਆਪਣੀ ਮੈਂ ਤੋਂ ਦ੍ਰਿਸ਼ਟੀ ਪਰੇ ਕੀਤੀ ਤੇ ਤੂੰ ਨਜ਼ਰ ਆਇਆ। ਇਸ ਕਰਕੇ ਜਿਨ੍ਹਾਂ ਨੇ ਆਪਣਾ ਆਪਾ ਭਾਵ ਮਿਟਾ ਦਿੱਤਾ ਹੈ, ਪਾਤਸ਼ਾਹ ਕਹਿੰਦੇ ਤਿਨਾਂ ਨੇ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ, ਵਰ ਨੂੰ ਪ੍ਰਾਪਤ ਕਰ ਲਿਆ। ਤਾਂ ਹਰੀ ਦੇ ਨਾਮ ਦਾ ਅੰਮ੍ਰਿਤ ਰਸ ਉਹਨਾਂ ਜੀਵ ਰੂਪੀ ਇਸਤਰੀਆਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਕਹੋ ਨਾਨਕ ਗੁਰ ਸ਼ਬਦ ਸਵਾਰੇ, ਸਫਲਿਓ ਜਨਮ ਸੁਭਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਸਤਿਗੁਰਾਂ ਨੇ ਖੁਦ ਆਪ ਆਪਣੇ ਉਪਦੇਸ਼ ਦੁਆਰਾ ਸਵਾਰਿਆ, ਉਹਨਾਂ ਦਾ ਸਾਰਾ ਜੀਵਨ, ਸਾਰੀ ਜ਼ਿੰਦਗੀ ਸਫਲ ਹੋ ਜਾਂਦੀ। ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਉਪਦੇਸ਼ ਨਾਲ ਸਵਾਰਿਆ, ਸਤਿਗੁਰੂ ਕਿਵੇਂ ਸਵਾਰਦੇ ਨੇ? ਸਿੱਖ ਦੇ ਅੰਦਰੋਂ ਬੁਰਾਈਆਂ ਮਾਰ ਕੇ ਕੱਢ ਦਿੰਦੇ ਨੇ, ਸ਼ੁਭ ਗੁਣਾਂ ਦਾ ਧਾਰਨੀ ਬਣਾ ਦਿੰਦੇ ਨੇ। ਔਰ ਐਸਾ ਹੋਣ ਤੋਂ ਬਾਅਦ ਉਸ ਸਿੱਖ ਦਾ ਸਾਰਾ ਹੀ ਜਨਮ ਸਫਲਾ ਤੇ ਸਕਾਰਥਾ ਹੋ ਜਾਂਦਾ ਹੈ। ਦੂਜੜੈ ਕਾਮਣ ਭਰਮ ਭੁੱਲੀ, ਹਰ ਵਰ ਨਾ ਪਾਏ RAM। ਜਿਹੜੀਆਂ ਕਾਮਣਾ, ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਜਾਂ ਜਿਹੜੀਆਂ ਮਨਮੁਖ ਜੀਵ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗੀਆਂ ਹੋਈਆਂ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਦੁਬਦਾ ਜਿਹੜੀ ਹੈ ਨਾ, ਦੂਜਾ ਭਾਵ ਜਿਸ ਨੂੰ ਕਹਿੰਦੇ ਆ, ਉਹਦੇ ਵਿੱਚ ਭਰਮ 'ਚ ਭੁੱਲੀ ਰਹਿੰਦੀ ਆ ਮਨਮੁਖ ਜੀਵ ਰੂਪੀ ਇਸਤਰੀ, ਭੁਲੇਖੇ 'ਚ ਪਈ ਰਹਿੰਦੀ ਹੈ, ਤੇ ਭਰਮ 'ਚ ਭੁੱਲੀ ਹੋਈ ਨੂੰ ਹਰੀ ਵਾਰ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ RAM। ਪਾਤਸ਼ਾਹ ਕਹਿੰਦੇ ਜਿਹੜੀਆਂ ਕਾਮਣਾ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਂਦੀਆਂ, ਭਾਵ ਜਿਹੜੀਆਂ ਇਸਤਰੀਆਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਨਹੀਂ ਗਾਉਂਦੀਆਂ, ਉਹਨਾਂ ਮਨਮੁਖ ਜੀਵ ਰੂਪੀ ਇਸਤਰੀਆਂ ਨੇ ਆਪਣਾ ਸਾਰਾ ਜਨਮ ਵਿਅਰਥ ਗਵਾ ਲਿਆ। ਬਿਰਥਾ ਜਨਮ ਗਵਾਏ RAM, ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ, ਫਜ਼ੂਲ ਗਵਾ ਲਿਆ ਹੈ। ਬਿਰਥਾ ਜਨਮ ਗਵਾਏ, ਮਨਮੁਖ ਅਆਣੀ, ਔਗਣਵੰਤੀ ਝੂਰੇ। ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ। ਉਹ ਕਾਮਣਾ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਨੇ, ਔਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਰ ਰੂਪ ਦੇ ਵਿੱਚ ਉਹ ਨਹੀਂ ਪ੍ਰਾਪਤ ਕਰ ਸਕਦੀਆਂ। ਉਹ ਮਨਮੁਖ ਇਆਣੀਆਂ ਹਨ, ਨਾ ਸਮਝ ਹਨ, ਔਰ ਉਹ ਔਗਣਾਂ ਨਾਲ ਭਰੀਆਂ ਹੋਈਆਂ ਰੱਬ ਤੋਂ ਦੂਰ ਹੀ ਰਹਿੰਦੀਆਂ ਨੇ। ਔਗਣਵੰਤੀ ਦੂਰੇ, ਔਗਣਾਂ ਨਾਲ ਭਰੀਆਂ ਹੋਈਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਨ,
ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਰਹਿੰਦੀਆਂ ਹਨ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾਂ ਫਿਰ ਮਿਲਿਆ ਹਦੂਰੇ। ਔਰ ਉਹ ਆਪਣੇ ਸਤਿਗੁਰੂ ਜੀ ਨੂੰ ਸੇਵ ਕੇ, ਜਿਨ੍ਹਾਂ ਜੀਵ ਰੂਪੀ ਇਸਤਰੀਆਂ ਆਪਣੇ ਸਤਿਗੁਰਾਂ ਨੂੰ ਸੇਵਿਆ, ਉਹ ਸੁਖ ਪ੍ਰਾਪਤ ਕਰਦੀਆਂ ਔਰ ਉਹਨਾਂ ਨੂੰ ਆਪਣਾ ਸੁਆਮੀ ਹਾਜ਼ਰਾ ਹਜ਼ੂਰ ਪ੍ਰਤੱਖ ਪ੍ਰਤੀਤ ਹੁੰਦਾ। ਮਨਮੁਖ ਝੁਰਦੀਆਂ ਰਹਿੰਦੀਆਂ ਕਿ ਰੱਬ ਦੂਰ ਹੈ, ਤੇ ਜਿਹੜੀਆਂ ਗੁਰਮੁਖ ਜੀਵ ਰੂਪੀ ਇਸਤਰੀਆਂ ਨੇ ਉਹ ਸੁਖ ਤੇ ਖੇੜੇ ਵਿੱਚ ਆਨੰਦ 'ਚ ਰਹਿੰਦੀਆਂ ਨੇ। ਉਹਨਾਂ ਨੇ ਜਾਣ ਲਿਆ ਕਿ ਪ੍ਰਮਾਤਮਾ ਹਾਜ਼ਰਾ ਹਜ਼ੂਰ ਕੋਲ ਹੈ। ਦੇਖ ਫਿਰ ਵਿਗਸੀ ਅੰਦਰੋਂ ਸਰਸੇ, ਸੱਚੇ ਸ਼ਬਦ ਸੁਭਾਏ। ਜਿਨ੍ਹਾਂ ਨੇ ਆਪਣੇ ਪਿਰਪਤੀ ਪਰਮੇਸ਼ਰ ਨੂੰ ਦੇਖਿਆ, ਉਹ ਖੇੜੇ 'ਚ ਆ ਗਈਆਂ। ਵਿਗਸੀ ਦਾ ਮਤਲਬ ਖੇੜੇ 'ਚ ਆ ਗਈਆਂ। ਉਹਨਾਂ ਦੇ ਅੰਦਰ ਸਰਸੀ ਦਾ ਮਤਲਬ ਹੁੰਦਾ ਰਸ ਸਹਿਤ ਹੋ ਗਈਆਂ। ਉਹਨਾਂ ਦਾ ਹਿਰਦਾ ਪ੍ਰੇਮ ਰਸ ਨਾਲ ਭਰ ਗਿਆ। ਸਤਿਗੁਰਾਂ ਦੇ ਸੱਚੇ ਸ਼ਬਦ ਦੇ ਨਾਲ ਉਹ ਸ਼ੋਭਨੀਕ ਹੋ ਗਈਆਂ। ਨਾਨਕ ਵਿਣ ਨਾਮੈ ਕਾਮਣ ਪਰਮ ਭੁਲਾਣੀ, ਮਿਲਿਆ ਪ੍ਰੀਤਮ ਮਿਲ ਪ੍ਰੀਤਮ ਸੁਖ ਪਾਏ। ਪਾਤਸ਼ਾਹ ਕਹਿੰਦੇ ਜਿਹੜੀਆਂ ਮਨਮੁਖ ਜੀਵ ਰੂਪੀ ਇਸਤਰੀਆਂ ਨੇ ਉਹ ਭਰਮ 'ਚ ਭੁੱਲੀਆਂ ਰਹਿੰਦੀਆਂ ਹਨ। ਜਿਹੜੀਆਂ ਗੁਰਮੁਖ ਜੀਵ ਰੂਪੀ ਇਸਤਰੀਆਂ ਨੇ ਉਹ ਆਪਣੇ ਪਿਆਰੇ ਦੇ ਪ੍ਰੀਤਮ ਦੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ, ਉਹਨੂੰ ਮਿਲ ਕੇ ਸੁਖ ਪਾਉਂਦੀਆਂ ਹਨ। ਫਿਰ ਸੰਗ ਕਾਮਣ ਜਾਣਿਆ, ਗੁਰ ਮੇਲ ਮਿਲਾਈ ਰਾਮ। ਜਿਨ੍ਹਾਂ ਨੂੰ ਗੁਰੂ ਨੇ ਮਿਲਾ ਦਿੱਤਾ, ਜਿਨ੍ਹਾਂ ਨੂੰ ਗੁਰੂ ਨੇ ਵਿਛੜੀ ਹੋਈ ਜੀਵ ਰੂਪੀ ਇਸਤਰੀ ਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ, ਉਹਨਾਂ ਜਾਣ ਲਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਉਹਨਾਂ ਨੇ ਜਾਣਿਆ ਕਿ ਵਾਹਿਗੁਰੂ ਪਰਮੇਸ਼ਰ ਸदैव ਹੀ ਸਾਡੇ ਅੰਗ ਸੰਗ ਹੈ, ਜਿਨ੍ਹਾਂ ਨੂੰ ਖੁਦ ਗੁਰੂ ਨੇ ਆਪ ਤਰਸ ਕਰਕੇ ਮਿਲਾਇਆ ਹੈ। ਅੰਤਰ ਸ਼ਬਦ ਮਿਲੇ ਸਹਜੇ ਤਪਤ ਬੁਝਾਈ ਰਾਮ। ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦਾ ਸ਼ਬਦ ਹੈ, ਉਹ ਸਹਿਜੇ ਹੀ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਕੇ ਆਪਣੇ ਹਿਰਦੇ ਦੀ ਸਾਰੀ ਤਪਸ਼ ਨੂੰ ਬੁਝਾ ਲੈਂਦੀਆਂ ਹਨ। ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਉਹ ਤ੍ਰਿਸ਼ਨਾਲੂ ਨਹੀਂ ਰਹਿੰਦੀਆਂ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦਾ ਸ਼ਬਦ ਵਸਦਾ ਹੈ। ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ, ਸਹਜੇ ਹਰ ਰਸ ਚਾਖਿਆ। ਜਿਨ੍ਹਾਂ ਦੇ ਅੰਦਰ ਦੀ ਤਪਸ਼ ਨੂੰ ਸਤਿਗੁਰਾਂ ਦੇ ਸ਼ਬਦ ਨੇ ਬੁਝਾ ਦਿੱਤਾ ਹੈ, ਤੇ ਜਦੋਂ ਅੱਗ ਬੁਝ ਜੇ ਫਿਰ ਸ਼ਾਂਤ, ਕਦੇ ਸੁਆਹ ਵੇਖੋ ਐਨ ਠੰਡੀ ਹੁੰਦੀ ਹੈ, ਤੇ ਉਹਦੇ ਵਿੱਚ ਕਦੇ ਅੱਗ ਵੀ ਸੀ, ਤਪਦੀ ਵੀ ਸੀ, ਭਖਦੀ ਵੀ ਸੀ। ਤੋ ਸਤਿਗੁਰਾਂ ਦੇ ਸ਼ਬਦ ਦੁਆਰਾ ਜਿਨ੍ਹਾਂ ਦੇ ਅੰਦਰੋਂ ਤਪਸ਼ ਬੁਝ ਗਈ, ਫਿਰ ਉਹਨਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਹਨ। ਸਹਿਜੇ ਹੀ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਰਸ ਨੂੰ ਚਖਦੇ ਹਨ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ, ਸੱਚੇ ਸ਼ਬਦ ਸੁਭਾਖਿਆ। ਆਪਣੇ ਪਿਆਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਉਹ ਸਦਾ ਹੀ ਉਹਦੇ ਪ੍ਰੇਮ ਦਾ ਰੰਗ ਮਾਣਦੀਆਂ ਹਨ, ਔਰ ਆਪਣੀ ਰਸਨਾ ਤੋਂ ਵੀ ਸਤਿਗੁਰਾਂ ਦੇ ਸੱਚੇ ਸ਼ਬਦ ਨੂੰ ਸੁਭਾਖਿਆ ਉਚਾਰਨ ਕਰਦੀਆਂ ਹਨ। ਭਾਵ ਉਹ ਗੁਰਬਾਣੀ ਆਪਣੀ ਰਸਨਾ ਤੋਂ ਪੜ੍ਹਦੀਆਂ, ਉਚਾਰਦੀਆਂ, ਸੁਣਦੀਆਂ ਹਨ। ਪੜ ਪੜ ਪੰਡਿਤ ਮੋਨੀ ਥਾਕੇ, ਭੇਖੀ ਮੁਕਤ ਨਾ ਪਾਈ। ਬੜੇ ਬੜੇ ਪੰਡਤ ਲੋਕ, ਜਿਨ੍ਹਾਂ ਬੜੇ ਬੜੇ ਧਰਮ ਗ੍ਰੰਥ ਪੜ੍ਹੇ, ਪਰ ਪੜ੍ਹ ਪੜ੍ਹ ਕੇ ਮੌਨ ਧਾਰਨ ਕਰ ਕਰਕੇ ਥੱਕ ਗਏ, ਕਿਉਂਕਿ ਗੱਲ ਪੜ੍ਹਿਆ ਨਹੀਂ ਬਣਨੀ, ਬੁੱਝਿਆ ਬਣਨੀ ਹੈ। ਖੇਡ ਤਾਂ ਜਦੋਂ ਪੜ੍ਹ ਕੇ ਬੁੱਝਾਂਗੇ ਫਿਰ ਬਣਨੀ। ਕੇਵਲ ਪੜ੍ਹਦਿਆਂ 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 ਜ਼ਿੰਦਗੀ ਬੀਤ ਜਾਏ ਤੇ ਬੁੱਝੀਏ ਨਾ, ਉਸ ਪੜ੍ਹੇ ਦਾ ਕੋਈ ਲਾਭ ਨਹੀਂ, ਭਾਵੇਂ ਸੈਂਕੜਿਆਂ ਸਾਲਾਂ ਤੱਕ ਪੜ੍ਹੀ ਜਾਈਏ। ਤੋ ਪਾਤਸ਼ਾਹ ਸਪਸ਼ਟ ਕਹਿੰਦੇ ਨੇ, ਬੜੇ ਬੜੇ ਪੰਡਤ ਕੇਵਲ ਪੜ੍ਹ ਪੜ੍ਹ ਕੇ ਥੱਕ ਗਏ। ਕਈ ਮੋਨੀ ਹੋ ਗਏ,
ਚੁੱਪ ਹੋ ਗਏ। ਮੌਨ ਦੋ ਪ੍ਰਕਾਰ ਦਾ ਮੈਂ ਕਹਿ ਸਕਦਾ ਹਾਂ। ਇੱਕ ਮੌਨ ਜਿਹੜਾ ਜ਼ਬਰਦਸਤੀ ਰੱਖਿਆ ਜਾਂਦਾ, ਜ਼ਬਰਦਸਤੀ ਰੱਖੇ ਮੌਨ ਨਾਲ ਪਖੰਡ ਵੀ ਬਣ ਜਾਂਦਾ। ਇੱਕ ਮੌਨ ਸੁਤੇ ਸਿੱਧ, ਕੀ ਲੈਣਾ ਹੋਰ ਗੱਲਾਂ ਕਰਕੇ, ਭਜਨ ਕਰੀਏ, ਬਾਣੀ ਪੜ੍ਹ ਲਈਏ, ਸਿਮਰਨ ਕਰ ਲਈਏ। ਇੱਕ ਐਸੀ ਅਵਸਥਾ ਵੀ ਬਣ ਜਾਂਦੀ ਹੈ ਜਿੱਥੇ ਜਿਵੇਂ ਮੂੰਹ ਭਰਿਆ ਹੁੰਦਾ ਨਾ ਬਿਲਕੁਲ ਖਾਣੇ ਨਾਲ, ਕਿਸੇ ਚੀਜ਼ ਨਾਲ, ਤੇ ਬੋਲਿਆ ਨਹੀਂ ਜਾਂਦਾ। ਇੱਕ ਮੌਨ ਐਸਾ ਵੀ ਹੈ ਜਦੋਂ ਗੁਰ ਸ਼ਬਦ ਨਾਲ ਮੂੰਹ ਭਰਿਆ ਹੁੰਦਾ ਤੇ ਬੋਲਣ ਨੂੰ ਚਿੱਤ ਨਹੀਂ ਕਰਦਾ। ਉਹ ਅਵਸਥਾ ਅਬੋਲ ਦੀ ਅਵਸਥਾ ਹੈ। ਤੋ ਬੜੇ ਬੜੇ ਮੌਨੀ ਨੇ ਜਿਨ੍ਹਾਂ ਕੇਵਲ ਪਖੰਡ ਕਰਕੇ ਮੌਨ ਰੱਖਿਆ, ਉਹ ਮੌਨੀ ਥੱਕ ਗਏ। ਭੇਖੀ ਮੁਕਤ ਨਾ ਪਾਈ, ਜਿਨ੍ਹਾਂ ਨੇ ਕੇਵਲ ਭੇਖ ਧਾਰਨ ਕੀਤੇ। ਭੇਖ ਬੜੇ ਨੇ, ਸੰਨਿਆਸੀਆਂ ਦਾ ਭੇਖ, ਵੈਰਾਗੀਆਂ ਦਾ ਭੇਖ, ਜੰਗਮਾਂ ਦਾ ਭੇਖ, ਸਰੇਵੜਿਆਂ ਦਾ ਭੇਖ। ਤੋ ਭੇਖ ਵੀ ਕਈ ਤਰ੍ਹਾਂ ਦੇ ਨੇ। ਯੋਗੀਆਂ ਦਾ ਭੇਖ, ਉਹ ਭੇਖ ਧਾਰਨ ਕਰਦੇ, ਪਰ ਉਹ ਭੇਖ ਕੇਵਲ ਬਾਹਰੀ ਤਨ ਦਾ, ਸਰੀਰ ਦਾ ਭੇਖ ਧਾਰਨ ਕੀਤਾ। ਤੋ ਇਹੋ ਜਿਹੇ ਜਿਹੜੇ ਭੇਖੀ ਹਨ, ਉਹਨਾਂ ਭੇਖੀਆਂ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕੀ। ਨਾਨਕ ਬਿਨ ਭਗਤੀ ਜਗ ਬੋਰਾਨਾ, ਸੱਚੇ ਸ਼ਬਦ ਮਿਲਾਈ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਇਹ ਸਾਰਾ ਜਗ ਬੌਰਾ ਹੈ, ਇਹ ਸਾਰਾ ਸੰਸਾਰ ਬੌਰਾ ਹੈ, ਨਿਰੰਕਾਰ ਦੀ ਭਗਤੀ ਤੋਂ ਬਿਨਾਂ। ਔਰ ਜਿਹੜੇ ਸਤਿਗੁਰਾਂ ਦੇ ਸ਼ਬਦ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਇਹ ਪਰਮੇਸ਼ਰ ਦੀ ਪਵਿੱਤਰ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਦੇ ਸ਼ਬਦ ਨਾਲ ਜਿਹੜੇ ਜੁੜ ਜਾਂਦੇ ਨੇ, ਉਹਨਾਂ ਨੂੰ ਐਸੀ ਭਗਤੀ ਪ੍ਰਾਪਤ ਹੁੰਦੀ ਹੈ। ਸਾ ਧਨ ਮਨ ਆਨੰਦ ਪਿਆ, ਹਰ ਜੀਓ ਮੇਲ ਪਿਆਰੇ RAM। ਸਾ ਧਨ ਮਨ ਆਨੰਦ ਪਿਆ, ਉਸ ਜੀਵ ਰੂਪੀ ਇਸਤਰੀ ਦੇ ਹਿਰਦੇ 'ਚ ਆਨੰਦ ਹੀ ਆਨੰਦ ਬਣ ਜਾਂਦਾ ਹੈ। ਇਹ ਹਰ ਜੀ ਕਿਹਨਾਂ ਦੇ? ਜਿਨ੍ਹਾਂ ਨੂੰ ਸਾਹਿਬ ਨੇ, ਹਰੀ ਨੇ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਕੇ ਅਭੇਦ ਕਰ ਲਿਆ ਹੈ। ਸਾ ਧਨ ਹਰ ਕੈ ਰਸ ਰਸੇ, ਗੁਰ ਕੈ ਸ਼ਬਦ ਅਪਾਰੇ RAM। ਸਾ ਧਨੋ ਜੀਵ ਰੂਪੀ ਇਸਤਰੀ ਹਰੀ ਦੇ ਨਾਮ ਰਸ ਵਿੱਚ ਰਸੀ ਰਹਿੰਦੀ ਹੈ, ਰਸ ਦੇ ਵਿੱਚ ਰਸਕ ਹੁੰਦੀ ਹੈ। ਔਰ ਸਤਿਗੁਰਾਂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਪਾਰਾਵਾਰ ਤੋਂ ਰਹਿਤ ਰਮੇ ਹੋਏ RAM ਨੂੰ ਜਾਣਦੀ ਹੈ। ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੇ। ਜਿਹੜੇ ਜੀਵ ਸਤਿਗੁਰਾਂ ਦੇ ਸ਼ਬਦ ਨਾਲ ਪ੍ਰੇਮ ਪਾਉਂਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ, ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਸੇਜ ਸੁਹਾਵੇ ਜਾਂ ਪਿਰ ਰਾਵੇ, ਮਿਲ ਪ੍ਰੀਤਨ ਪ੍ਰੀਤਮ ਅਵਗਣ ਨਸੇ। ਕਹਿੰਦੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਦੀ ਅੰਤਸ਼ਕਰਣ ਦੀ ਸੇਜਾ ਤੇ ਰੱਬ ਆ ਵਸਦਾ ਹੈ, ਜਿਹੜੀਆਂ ਆਪਣੇ ਅੰਤःਕਰਣ ਦੀ ਸੇਜਾ ਤੇ ਰੱਬ ਨੂੰ ਰਾਵਦੀਆਂ ਹਨ, ਉਹਦੀ ਅਭੇਦਤਾ ਦਾ ਸੁੱਖ ਮਾਣਦੀਆਂ ਹਨ, ਤਾਂ ਉਸ ਪਿਆਰੇ ਪ੍ਰੀਤਮ ਨੂੰ ਮਿਲਦਿਆਂ ਉਹਨਾਂ ਜੀਵ ਰੂਪੀ ਇਸਤਰੀਆਂ ਦੇ ਸਾਰੇ ਅਵਗਣ ਨਸ ਜਾਂਦੇ ਹਨ। ਜਿਤ ਘਰ ਨਾਮ ਹਰ ਸਦਾ ਧਿਆਈਐ, ਸੁਹੇਲੜਾ ਜੁਗ ਚਾਰੇ। ਜਿਸ ਦੇ ਹਿਰਦੇ ਰੂਪੀ ਘਰ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੈ, ਉਹ ਸਦਾ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਔਰ ਉਹਨਾਂ ਦੇ ਹਿਰਦੇ ਵਿੱਚ ਚਾਰਾਂ ਜੁਗਾਂ ਤਾਈਂ ਸੋਇਲੜਾ ਆਨੰਦ ਬਣਿਆ ਰਹਿੰਦਾ ਹੈ। ਨਾਨਕ ਨਾਮ ਰਤੇ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਦੇ ਰੰਗ ਵਿੱਚ
ਰਤੇ ਹੋਏ ਨੇ ਉਹ ਸਦਾ ਹੀ ਆਨੰਦ ਵਿੱਚ ਨੇ। ਹਰੀ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਉਹਨਾਂ ਨੇ ਆਪਣੇ ਸਾਰੇ ਕਾਰਜ ਰਾਸ ਕਰ ਲਏ ਨੇ, ਆਪਣੇ ਸਾਰੇ ਕਾਰਜ ਸਿੱਧ ਕਰ ਲਏ। ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਗਏ ਹਨ।